ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਆਹੁ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਛਾਦਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ। ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮੁਖਤ ਭਗਤ ਪਾਵੈ ਜਨ ਕੋਈ। ਛਾਦਨ ਭੋਜਨ ਮਾਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ। ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਦਾ ਮਹਾਨ ਚਾਨਣ ਜੋ ਹਰ ਇੱਕ ਮਨੁੱਖ ਨੂੰ ਸੁਖ ਪ੍ਰਦਾਨ ਕਰਨ ਵਾਲਾ ਹੈ, ਆਨੰਦ ਬਖਸ਼ਣ ਵਾਲਾ ਹੈ। ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮਨ ਵਿੱਚ ਵਸਦਾ ਹੈ। ਵਾਹਿਗੁਰੂ ਜੀ ਦੀ ਕਿਰਪਾ ਕਿਵੇਂ ਹੁੰਦੀ ਹੈ? ਜਦੋਂ ਕੋਈ ਵੀ ਮਨੁੱਖ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ, ਗੁਰੂ ਵਾਲਾ ਬਣ ਕੇ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ ਹੈ, ਆਪਣੇ ਜੀਵਨ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ। ਜਿਵੇਂ ਜਿਵੇਂ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਰਹਿਮਤ ਹੁੰਦੀ ਹੈ ਤੇ ਗੁਰਬਾਣੀ ਦਾ ਮਹਾਨ ਚਾਨਣ ਪ੍ਰਕਾਸ਼ ਮਨ ਵਿੱਚ ਵਸ ਜਾਂਦਾ ਹੈ, ਨੂਰੋ ਨੂਰ ਹੋ ਜਾਂਦਾ ਹੈ। ਜੀਵਨ ਦੇ ਵਿੱਚੋਂ ਸਭ ਕਲਹ ਕਲੇਸ਼ ਰੋਗ ਸੋਗ ਭਰਮ ਭੇਦ ਸਭ ਖਤਮ ਹੋ ਜਾਂਦੇ ਨੇ। ਸੋ ਆਓ ਆਪਾਂ ਨੂੰ ਇਹ ਸਮਾਂ ਪ੍ਰਾਪਤ ਹੋ ਰਿਹਾ ਹੈ ਗੁਰੂ ਦੇ ਬਚਨਾਂ ਨੂੰ ਵਿਚਾਰਨ ਦਾ, ਸੁਣਨ ਦਾ, ਪੜ੍ਹਨ ਦਾ। ਕਿਤੇ ਸਾਡਾ ਮਨ ਗੁਰੂ ਦੀ ਆਗਿਆ ਵਿੱਚ ਚੱਲ ਪਵੇ ਤੇ ਗੁਰਬਾਣੀ ਦਾ ਮਹਾਨ ਪ੍ਰਕਾਸ਼ ਸਾਨੂੰ ਪ੍ਰਾਪਤ ਹੋ ਜਾਵੇ ਤੇ ਸਾਡੇ ਜੀਵਨ ਦੇ ਵਿੱਚ ਜਿਹੜੇ ਦੁੱਖ ਰੋਗ ਕਲਹ ਕਲੇਸ਼ ਹਨ ਉਹ ਨਿਵਰਤ ਹੋ ਜਾਣ ਔਰ ਇਸ ਜੀਵਨ ਦੇ ਆਨੰਦ ਨੂੰ ਪ੍ਰਾਪਤ ਕਰ ਸਕੀਏ। ਸਤਿਗੁਰੂ ਪਾਤਸ਼ਾਹ ਜੀ ਬਹੁਤ ਵੱਡੀ ਸਿਧਾਂਤ ਦੀ ਗੱਲ ਕਰਦੇ ਨੇ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੀਵਨ ਆਨੰਦ ਨਾਲ ਭਰ ਗਿਆ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ, ਕਿਉਂਕਿ ਸਤਿਗੁਰੂ ਦੁਆਰਾ ਹੀ ਸਾਨੂੰ ਪਰਮਾਤਮਾ ਦੀ ਬਖਸ਼ਿਸ਼ ਹੋਣੀ ਹੈ।
ਸਤਿਗੁਰੂ ਦੇ ਗਿਆਨ ਦੁਆਰਾ, ਸਤਿਗੁਰੂ ਦੀ ਮੱਤ ਦੁਆਰਾ ਹੀ ਸਾਨੂੰ ਸਾਰਾ ਕੁਝ ਪ੍ਰਾਪਤ ਹੋਣਾ। ਜੇ ਸੱਚਾ ਸਤਿਗੁਰੂ ਮਿਲ ਗਿਆ ਤਾਂ ਸਮਝ ਲਓ ਤੁਸੀਂ ਸਾਰਾ ਕੁਝ ਪ੍ਰਾਪਤ ਕਰਨ ਦੇ ਨੇੜੇ ਹੋ। ਜਿਵੇਂ ਜਿਵੇਂ ਸਤਿਗੁਰੂ ਦੀ ਆਗਿਆ ਨੂੰ ਮੰਨਾਂਗੇ, ਗੁਰੂ ਦੀ ਆਗਿਆ ਵਿੱਚ ਚੱਲਾਂਗੇ, ਤਾਂ ਸਾਨੂੰ ਉਹ ਬਖਸ਼ਿਸ਼ ਪ੍ਰਾਪਤ ਹੋਵੇਗੀ। ਸੋ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਰਾਮਕਲੀ ਰਾਗ, ਇਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 18ਵਾਂ ਨੰਬਰ ਹੈ। ਔਰ ਇਹ ਰਾਗ ਜੋਗੀ ਇਹਨੂੰ ਬਹੁਤ ਪਿਆਰ ਕਰਦੇ ਨੇ। ਇਸ ਰਾਗ ਦੇ ਵਿੱਚ ਹੀ ਸਤਿਗੁਰੂ ਜੀ ਨੇ ਜੋਗੀਆਂ ਨੂੰ ਬਹੁਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਤੁਸੀਂ ਜੋਗੀ ਤਾਂ ਬਣ ਗਏ, ਪਰ ਅਸਲੀ ਜੋਗ ਧਾਰਨ ਨਹੀਂ ਕੀਤਾ। ਜੋਗ ਮਤ ਮਾੜਾ ਨਹੀਂ ਹੈ, ਜਾਂ ਕੋਈ ਵੀ ਮਤ ਮਾੜਾ ਨਹੀਂ ਹੈ, ਗੱਲ ਹੈ ਉਸ ਨੂੰ ਧਾਰਨ ਕਰਨ ਦੀ। ਪਰ ਨਾਲ ਸਤਿਗੁਰੂ ਇਹ ਵੀ ਕਹਿੰਦੇ ਨੇ ਜਿਹੜਾ ਜੋਗ ਮਤ ਹੈ ਉਹ ਕੇਵਲ ਇੱਕ ਪੱਖ ਦਾ ਹੈ, ਸਰਬ ਪੱਖੀ ਨਹੀਂ ਹੈ। ਜੋ ਪਾਤਸ਼ਾਹ ਜੀ ਨੇ ਸਾਨੂੰ ਧਰਮ ਦਿੱਤਾ ਹੈ ਇਹ ਸਰਬ ਪੱਖੀ ਹੈ। ਭਾਵ ਜੇ ਸਾਰੇ ਜੋਗੀ ਹੀ ਬਣ ਜਾਣ ਤੇ ਜੋਗੀ ਕੋਈ ਹਾਲਤਾਂ ਵਾਹੁੰਦੇ ਨਹੀਂ, ਨਾ ਕੋਈ ਕਾਰੋਬਾਰ ਕਰਦੇ ਨੇ, ਸੰਸਾਰ ਦੀ ਸਾਰੀ ਅਰਥ ਅਵਸਥਾ ਡੋਲ ਜਾਵੇਗੀ। ਜੇ ਸਾਰੇ ਲੋਕ ਜੋਗੀ ਹੀ ਬਣ ਜਾਣ, ਹਾਂ ਉਹ ਕੇਵਲ ਇੱਕ ਮਨੁੱਖ ਵਾਸਤੇ ਭਲਾ ਹੋ ਸਕਦਾ ਹੈ, ਸਾਰਿਆਂ ਵਾਸਤੇ ਨਹੀਂ। ਸਤਿਗੁਰੂ ਨੇ ਸਾਨੂੰ ਜੋ ਧਰਮ ਮਤ ਦਿੱਤਾ ਹੈ ਉਹ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਸੰਸਾਰ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਇਹ ਸਭ ਨਾਲੋਂ ਸ੍ਰੇਸ਼ਟ ਹੈ। ਆਪ ਵੀ ਕਿਰਤ ਵਿਰਤ ਕਰਕੇ ਛਕੋ, ਹੋਰਾਂ ਨੂੰ ਛਕਾਓ ਤੇ ਰੱਬ ਦਾ ਨਾਮ ਜਪੋ, ਬੰਦਗੀ ਕਰੋ। ਇਸੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ। ਕਹਿੰਦੇ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ, ਜਗਤ ਬਖਾਨ ਹੈ। ਵੇਖੋ ਜਿਵੇਂ ਸੰਸਾਰ ਵਿੱਚ ਬਹੁਤ ਸਾਰੀਆਂ ਨਦੀਆਂ ਦਰਿਆ ਚੱਲਦੇ ਨੇ, ਪਰ ਗੁਰਮੁਖੋ ਸਮੁੰਦਰ ਇੱਕੋ ਹੀ ਹੈ। ਦਰਿਆ ਨਦੀਆਂ ਮਾੜੇ ਨਹੀਂ ਹਨ, ਆਪਣੀ ਥਾਂ ਤੇ ਉਹ ਠੀਕ ਨੇ, ਪਰ ਉਹ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦੇ। ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ, ਜਗਤ ਬਖਾਨ ਹੈ। ਤਰਵਰ ਵਿਖੇ ਜੈਸੇ ਚੰਦਨ ਬ੍ਰਿਖ ਵੱਡੋ, ਧਾਤੂ ਮੈਂ ਕਣਕਾ ਤੁਤਮ ਕੇ ਮਾਨ ਹੈ। ਦਰਖਤਾਂ ਵਿੱਚੋਂ ਚੰਦਨ ਦਾ ਬੂਟਾ, ਚੰਦਨ ਦੀ ਲੱਕੜ ਸਭ ਤੋਂ ਮਹਿੰਗੀ ਹੈ। ਧਾਤਾਂ ਵਿੱਚੋਂ, 8 ਧਾਤਾਂ ਵਿੱਚੋਂ ਸੋਨਾ ਸਭ ਤੋਂ ਮਹਿੰਗਾ ਹੈ। ਇਸੇ ਤਰ੍ਹਾਂ ਪੰਛੀਆਂ ਮੇਂ ਹੰਸ ਮ੍ਰਿਗ ਰਾਜਨ ਮਿਸਾਲ, ਰਾਗਣ ਮੇਂ ਸ੍ਰੀ ਰਾਗ ਪਾਰਸ ਪਖਾਨ ਹੈ। ਪੰਛੀਆਂ ਵਿੱਚੋਂ ਹੰਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਔਰ ਭਾਈ ਗੁਰਦਾਸ ਜੀ ਲਿਖਦੇ ਨੇ ਜਾਨਵਰਾਂ ਦੇ ਵਿੱਚੋਂ ਸ਼ੇਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਪੰਛੀਆਂ ਮੇਂ ਹੰਸ, ਮ੍ਰਿਗ ਰਾਜਨ ਮੇਂ ਸਾਰਦੂਲ, ਸਾਰਦੂਲ ਕਹਿੰਦੇ ਨੇ ਸ਼ੇਰ ਨੂੰ। ਰਾਗਣ ਮੇਂ ਸ੍ਰੀ ਰਾਗ ਪਾਰਸ ਪਖਾਨ ਹੈ, ਰਾਗਾਂ ਵਿੱਚੋਂ ਸ੍ਰੀ ਰਾਗ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸੇ ਕਰਕੇ ਤੁਸੀਂ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿਹੜਾ ਪਹਿਲਾ ਰਾਗ 14 ਅੰਗ ਤੇ ਸ਼ੁਰੂ ਹੁੰਦਾ ਸ੍ਰੀ ਰਾਗ ਹੈ। ਰਾਗਾਂ ਵਿੱਚ ਸ੍ਰੀ ਰਾਗ ਹੈ। ਜੇ ਸੱਚ ਧਰੇ ਪਿਆਰ, ਪੱਥਰ ਬਹੁਤ ਹਨ, ਮਾਰਬਲ ਬੜਾ ਮਹਿੰਗੇ ਤੋਂ ਮਹਿੰਗਾ ਹੈ, ਪਰ ਉਹਨਾਂ ਵਿੱਚੋਂ ਪਾਰਸ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸੇ ਤਰ੍ਹਾਂ ਗਿਆਨਨ ਮੇਂ ਗਿਆਨ ਅਰ ਧਿਆਨਨ ਮੇਂ ਧਿਆਨ, ਗੁਰ ਸਗਲ ਧਰਮ ਮੇਂ ਗ੍ਰਸਤ ਪ੍ਰਧਾਨ ਹੈ। ਗਿਆਨਾਂ ਵਿੱਚੋਂ ਗਿਆਨ, ਗੁਰੂ ਦਾ ਧਿਆਨ ਧਰਨਾ, ਇਹ ਵੀ ਜਿਹੜਾ ਸ਼ਬਦ ਦਾ ਧਿਆਨ ਧਰਨਾ ਹੈ ਗੁਰੂ ਦੀ ਮੱਤ ਲੈ ਕੇ, ਇਹਦੇ ਤੋਂ ਉੱਪਰ ਹੋਰ ਕੁਝ ਨਹੀਂ ਹੈ। ਔਰ ਸਾਰੇ ਜਿੰਨੇ ਵੀ ਧਰਮ ਨੇ, ਸੰਨਿਆਸੀ, ਸਰੇਵੜੇ, ਜੋਗੀ, ਜੰਗਮ, ਅਨੇਕ ਹਨ, ਸਾਰਿਆਂ ਵਿੱਚੋਂ ਗ੍ਰਸਤ ਧਰਮ ਸਭ ਤੋਂ ਉੱਤਮ ਹੈ। ਕਿਉਂਕਿ ਗ੍ਰਸਤ ਧਰਮ ਤੋਂ ਸਾਰੇ ਹੀ ਪੈਦਾ ਵੀ ਹੁੰਦੇ ਨੇ ਤੇ ਸਾਰਿਆਂ ਦੀ ਪਾਲਣਾ ਵੀ ਹੁੰਦੀ ਹੈ। ਜੇ ਸਾਰੇ ਲੋਕ ਗ੍ਰਸਤ ਧਰਮ ਨੂੰ ਤਿਆਗ ਦੇਣ, 200 ਸਾਲ ਬਾਅਦ ਦੁਨੀਆ ਤੇ ਕੋਈ ਵੀ ਮਨੁੱਖ ਨਹੀਂ ਰਹੇਗਾ, ਦੁਨੀਆ ਹੀ ਨਹੀਂ ਰਹੇਗੀ। ਜੇ ਸਾਰੇ ਗ੍ਰਸਤ ਦਾ ਤਿਆਗੀ ਹੋ ਜਾਣ, ਸਾਰਿਆਂ ਨੂੰ ਪੈਦਾ ਕਰਨ ਵਾਲਾ ਗ੍ਰਸਤ ਧਰਮ ਹੈ। ਇੱਥੋਂ ਹੀ ਜੋਗੀ, ਜਤੀ, ਰਾਜੇ, ਮਹਾਰਾਜੇ, ਸੰਨਿਆਸੀ, ਸਰੇਵੜੇ ਸਾਰੇ ਪੈਦਾ ਹੁੰਦੇ ਨੇ ਤੇ ਇੱਥੋਂ ਹੀ ਸਾਰਿਆਂ ਦੀ ਪਾਲਣਾ ਵੀ ਗ੍ਰਸਤੀ ਕਰਦੇ ਨੇ।
ਸੋ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਇੱਕ ਜੋਗੀ ਆਇਆ ਤੇ ਸਤਿਗੁਰੂ ਨੂੰ ਉਹਨੇ ਆਪਣੇ ਯੋਗ ਮਤ ਬਾਰੇ ਬੜਾ ਦੱਸਿਆ ਕਿ ਮੇਰਾ ਯੋਗ ਮਤ ਸਭ ਤੋਂ ਉੱਤਮ ਹੈ। ਹੁਣ ਸਤਿਗੁਰੂ ਸਭ ਕੁਝ ਜਾਣਦੇ ਨੇ ਗੁਰਮੁਖੋ, ਤੇ ਸਤਿਗੁਰੂ ਦੇ ਸਾਹਮਣੇ ਜਦੋਂ ਇਹਨੇ ਆਪਣੇ ਬਹੁਤ ਵਡਿਆਈ ਕੀਤੀ ਕਿ ਯੋਗ ਮਤ ਸਭ ਤੋਂ ਉੱਤਮ ਹੈ, ਪਾਤਸ਼ਾਹ ਕਹਿੰਦੇ ਫਿਰ ਤੂੰ ਦਰ ਦਰ ਤੇ ਭੌਂਦਾ ਕਿਉਂ ਫਿਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹੋ ਪਹਿਲੀ ਵਾਰ, ਉਹਦੇ ਵਿੱਚ ਅਖੀਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਚਲ ਬਟਾਲੇ ਦੀ ਵਾਰਤਾ ਲਿਖੀ ਹੈ। ਅਚਲ ਬਟਾਲੇ ਦੀ ਧਰਤੀ ਤੇ ਸ਼ਿਵਰਾਤਰੀ ਦਾ ਮੇਲਾ ਬਹੁਤ ਭਰਦਾ ਹੈ, ਹੁਣ ਵੀ ਭਰਦਾ ਹੈ, ਬਹੁਤ ਵੱਡਾ। ਉੱਥੇ ਭੋਲੇਨਾਥ ਸ਼ਿਵ ਜੀ ਦਾ ਮੰਦਿਰ ਹੈ, ਉੱਥੇ ਬਹੁਤ ਦੁਨੀਆ ਇਕੱਠੀ ਹੋਈ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਾ। ਉਸ ਸਮੇਂ ਪ੍ਰਚਾਰ ਦਾ ਮਾਧਿਅਮ ਇਹੀ ਸੀ ਕਿ ਜਿੱਥੇ ਵੀ ਮੇਲੇ ਲੱਗਦੇ, ਵੱਡੇ ਵੱਡੇ ਇਕੱਠ ਹੁੰਦੇ, ਸਤਿਗੁਰੂ ਜੀ ਉੱਥੇ ਪਹੁੰਚਦੇ, ਜਾਂ ਹੋਰ ਵੀ ਉਸ ਸਮੇਂ ਜਿਹੜਾ ਕੋਈ ਪ੍ਰਚਾਰ ਹੁੰਦਾ, ਇਹੀ ਤਰੀਕਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਕਰਕੇ ਜਦੋਂ ਹਰਿਦੁਆਰ ਵੀ ਮੇਲਾ ਲੱਗਾ ਸੀ ਉਦੋਂ ਗਏ, ਜਗਨਨਾਥਪੁਰੀ ਦੇ ਵਿੱਚ ਵੀ ਇਸੇ ਤਰ੍ਹਾਂ, ਮੱਕੇ ਮਦੀਨੇ ਵਿੱਚ ਵੀ ਜਦੋਂ ਹੱਜ ਦਾ ਸਮਾਂ ਸੀ, ਹਾਜੀ ਹੱਜ ਕਰਨ ਜਾਂਦੇ ਨੇ ਹਰ ਸਾਲ, ਉੱਥੇ ਸਤਿਗੁਰੂ ਜੀ ਉਸ ਸਮੇਂ ਗਏ ਜਦੋਂ ਬਹੁਤ ਲੋਕ ਇਕੱਠੇ ਹੁੰਦੇ ਨੇ, ਬੜੀ ਦੁਨੀਆ ਲੱਖਾਂ ਦੀ ਤਾਦਾਦ ਵਿੱਚ। ਅਚਲ ਬਟਾਲੇ ਦੀ ਧਰਤੀ ਤੇ ਸ਼ਿਵਜੀ ਭੋਲੇਨਾਥ ਦਾ ਮੰਦਿਰ ਹੈ ਤੇ ਸ਼ਿਵਜੀ ਭੋਲੇਨਾਥ ਨੂੰ ਆਦਿ ਜੋਗੀ ਮੰਨਿਆ ਗਿਆ ਹੈ। ਜੋਗੀ ਬੜੀ ਪੂਜਾ ਕਰਦੇ ਨੇ, ਉੱਥੇ ਬੜੇ ਜੋਗੀ ਇਕੱਠੇ ਹੋਏ, ਬੜੀ ਦੁਨੀਆ ਇਕੱਠੀ ਹੋਈ ਤੇ ਇਹ ਜੋਗੀ ਲੋਕ ਕੀ ਕਰਦੇ ਸੀ, ਕਰਾਮਾਤਾਂ ਦਿਖਾ ਕੇ ਆਪਣੀ ਪੂਜਾ ਕਰਾਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ। ਮੇਲਾ ਸ਼ਿਵਰਾਤਰੀ ਦਾ ਪਤਾ ਲੱਗਾ ਪਾਤਸ਼ਾਹ ਜੀ ਨੂੰ, ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਵੀ ਬੜੀ ਦੁਨੀਆ ਉੱਥੇ ਇਕੱਠੀ ਹੋ ਰਹੀ ਹੈ, ਨਾਮ ਦਾ ਪ੍ਰਚਾਰ ਕਰਾਂਗੇ, ਦੁਨੀਆ ਨੂੰ ਨਾਮ ਨਾਲ ਜੋੜਾਂਗੇ। ਤੇ ਜਦੋਂ, ਕਿਉਂਕਿ ਸਤਿਗੁਰੂ ਜੀ ਦਾ ਨਾਮ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ, ਜਦੋਂ ਸਤਿਗੁਰੂ ਜੀ ਆਏ ਉੱਥੇ ਤੇ ਦੁਨੀਆ ਸਾਰੀ ਜੋਗੀਆਂ ਨੂੰ ਛੱਡ ਕੇ ਨਾ, ਪਹਿਲਾਂ ਤੇ ਜੋਗੀਆਂ ਦੇ ਦੁਆਲੇ ਭੋ ਰਹੀ, ਜਦੋਂ ਪਤਾ ਲੱਗਾ ਵੀ ਇੱਥੇ ਗੁਰੂ ਨਾਨਕ ਦੇਵ ਜੀ ਆ ਗਏ ਨੇ ਮੇਲੇ ਵਿੱਚ, ਸਾਰੀ ਦੁਨੀਆ ਮੱਥਾ ਆ ਕੇ ਟੇਕਣ ਲੱਗ ਪਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਲੱਗੀ ਵਰਸਨ ਲక్ష్ਮੀ ਰਿੱਧ ਸਿੱਧ ਨੌ ਨਿਧ ਸਵਾਈ। ਤੇ ਗੁਰੂ ਮਹਾਰਾਜ ਜੀ ਦੇ ਅੱਗੇ ਸੰਗਤਾਂ ਆ ਕੇ ਕੋਈ ਪੈਸਾ, 2 ਪੈਸੇ, 5 ਪੈਸੇ ਕੋ ਮੱਥਾ ਟੇਕਣ ਲੱਗੇ। ਜੋਗੀਆਂ ਨੂੰ ਹੁਣ ਕੋਈ ਨਹੀਂ ਪੁੱਛ ਰਿਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਹਮਣੇ ਮਾਇਆ ਦਾ ਢੇਰ ਲੱਗ ਗਿਆ। ਮਾਨੋ ਸਾਰੀਆਂ ਰਿਧੀਆਂ ਸਿੱਧੀਆਂ ਸੰਸਾਰ ਦੀਆਂ ਉੱਥੇ ਆ ਕੇ ਖੜੀਆਂ ਹੋ ਗਈਆਂ ਨੇ, ਪ੍ਰਗਟ ਹੋ ਗਈਆਂ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਖਾਦੀ ਕੁਣਸ ਜਗੂਸਰਾ ਮਨ ਵਿੱਚ ਰਿਸਕ ਹਨੇਰੀ ਖਾਈ। ਜੋਗੀਆਂ ਨੂੰ ਬੜਾ ਗੁੱਸਾ ਚੜਿਆ ਵੀ ਇਹ ਇਕੱਲਾ ਹੀ ਆ ਕੇ ਸਾਰਾ ਕੁਝ ਇੱਥੇ ਦੁਨੀਆ ਨੂੰ ਮੱਥਾ ਟੇਕਣ ਲੱਗ ਪਈ ਗੁਰੂ ਨਾਨਕ ਦੇਵ ਜੀ ਨੂੰ, ਸਾਨੂੰ ਹੁਣ ਕੋਈ ਬਾਤ ਨਹੀਂ ਪੁੱਛ ਰਿਹਾ। ਉਸ ਸਮੇਂ ਕੀ ਹੋਇਆ, ਇੱਕ ਗੱਲ ਹੋਰ, ਭਗਤੀਆਂ ਪਾਈ ਭਗਤ ਆਨ, ਲੋਟਾ ਜੋਗੀ ਲਿਆ ਛਪਾਈ। ਉਹ ਕੁਝ ਰਾਸ ਧਾਰੀਏ ਆ ਕੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਬੈਠੇ ਉਹਦੇ ਸਾਹਮਣੇ ਪਾਤਸ਼ਾਹ ਜੀ ਦੇ ਉਹ ਰਾਸ ਪਾਉਣ ਲੱਗ ਪਏ। ਤੇ ਉਹਨਾਂ ਨੇ ਜਿਹੜਾ ਆਪਣਾ ਭਾਂਡਾ ਰੱਖਿਆ ਸੀ, ਲੋਕ ਉਹਦੇ ਵਿੱਚ ਵੀ ਕੁਝ ਨਾ ਕੁਝ ਪੈਸੇ ਪਾ ਰਹੇ ਸੀ। ਜੋਗੀਆਂ ਨੂੰ ਗੁੱਸਾ ਆਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਜ਼ੋਰ ਤਾਂ ਨਹੀਂ ਚੱਲਿਆ, ਉਹਨਾਂ ਰਾਸ ਧਾਰੀਆਂ ਦਾ ਲੋਟਾ ਮਾਇਆ ਵਾਲਾ ਚੁੱਕ ਲਿਆ। ਤੇ ਜਦੋਂ ਉਹਨਾਂ ਦਾ ਲੋਟਾ ਚੁੱਕ ਲਿਆ, ਉਹਨਾਂ ਨੂੰ ਰਾਸ ਪਾਣੀ ਭੁੱਲ ਗਈ। ਭਾਈ ਗੁਰਦਾਸ ਜੀ ਲਿਖਦੇ ਨੇ, ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਉਹਨਾਂ ਨੂੰ ਰੋਲਾ ਪੈ ਗਿਆ ਵੀ ਸਾਡਾ ਮਾਇਆ ਵਾਲਾ ਇੱਥੇ ਲੋਟਾ ਕੌਣ ਚੁੱਕ ਲੈ ਗਿਆ ਹੈ। ਬੜੇ ਉਦਾਸ ਹੋ ਗਏ ਤੇ ਸ਼ਰਾਰਤ ਕੀਤੀ ਜੋਗੀਆਂ ਨੇ, ਕਰਾਮਾਤ ਨਾਲ ਉਹ ਲੋਟਾ ਜਿਹੜਾ ਸੀ ਛੁਪਾ ਦਿੱਤਾ। ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਾਂ ਛੁਪਾਈ। ਜਿੱਥੇ ਲੋਟਾ ਜੋਗੀਆਂ ਨੇ ਛੁਪਾਇਆ ਸੀ, ਕਰਾਮਾਤ ਨਾਲ ਗੁਰੂ ਮਹਾਰਾਜ ਜੀ ਨੇ ਉਹ ਪ੍ਰਗਟ ਕਰਕੇ ਰਾਸਧਾਰੀਆਂ ਦੇ ਅੱਗੇ ਰੱਖ ਦਿੱਤਾ। ਜੋਗੀਆਂ ਦੇਖ ਚਲਿੱਤਰ ਜੋਗੀ ਖੁਨਸਾਈ। ਮਹਾਰਾਜ ਜੀ ਦਾ ਇਹ ਕੌਤਕ ਵੇਖ ਕੇ ਜੋਗੀਆਂ ਨੂੰ ਬੜੀ ਖੁਨਸਾਈ, ਬੜੀ ਈਰਖਾ ਕੀਤੀ
ਤੇ ਭਾਈ ਗੁਰਦਾਸ ਜੀ ਉੱਥੇ ਅੱਗੇ ਦੂਜੀ ਪੌੜੀ ਵਿੱਚ ਲਿਖਦੇ ਨੇ, ਖਾਦੀ ਖੁਣਸ ਜਗੋਸ ਜੋਗੀਆਂ, ਗੋਸ਼ਟ ਕਰਨ ਸਭੇ ਉਠਾਈ। ਸਾਰੇ ਜੋਗੀ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆ ਕੇ ਆਲੇ ਦੁਆਲੇ ਘੇਰਾ ਪਾ ਕੇ ਬਹਿ ਗਏ। ਮਹਾਰਾਜ ਜੀ ਨੂੰ ਹੈਰਾਨ ਵਾਸਤੇ ਚਰਚਾ ਨਾਲ ਵੀ ਅਸੀਂ ਆਪਣੇ ਬੜਾ ਜੋਗ ਮਤ ਉੱਚਾ ਹੈ, ਕਈ ਤਰ੍ਹਾਂ ਦੇ ਭਰਮ ਲੈ ਕੇ ਆ ਗਏ। ਸਤਿਗੁਰੂ ਜੀ ਨੂੰ ਪਰਮਾਨ ਵਾਸਤੇ ਬੋਲੇ ਜੋਗੀ ਭੰਗਰ ਨਾਥ, ਦੁੱਧ ਦੁੱਧ ਵਿੱਚ ਕਿਉਂ ਕਾਂਜੀ ਪਾਈ। ਤੇ ਭੰਗਰ ਨਾਥ ਨੂੰ ਬੜਾ ਗੁੱਸਾ ਆਇਆ। ਉਹ ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਨੂੰ ਕਿ ਹੇ ਨਾਨਕ, ਤੂੰ ਦੁੱਧ ਵਿੱਚ ਕਾਂਜੀ ਕਿਉਂ ਪਾਤੀ ਹੈ। ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਭਾਵ ਉਹਦਾ ਕਹਿਣ ਦਾ ਸੀ, ਤੁਸੀਂ ਜਿਹੜਾ ਹੈ ਸੰਸਾਰ ਦੀ ਕਿਰਤ, ਪਹਿਲਾਂ ਤੁਸੀਂ ਉਦਾਸੀ ਬਣੇ, ਉਦਾਸੀਆਂ ਵਾਲਾ ਬਾਣਾ ਪਾ ਕੇ ਸੰਸਾਰ ਦਾ ਭਰਮਣ ਕੀਤਾ। ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ। ਤੇ ਮੁੜ ਕੇ ਫਿਰ ਤੁਸੀਂ ਸਾਧੂਆਂ ਵਾਲਾ ਬਾਣਾ ਲਾ ਕੇ ਹੁਣ ਗ੍ਰਸਤੀਆਂ ਵਾਲਾ ਬਾਣਾ ਪਾ ਲਿਆ, ਕਿਉਂਕਿ ਉਸ ਸਮੇਂ ਮਹਾਰਾਜ ਜੀ ਨੇ ਕਰਤਾਰਪੁਰ ਨਗਰ ਵਸਾਤਾ ਸੀ। ਉੱਥੇ ਮਹਾਰਾਜ ਖੇਤੀਬਾੜੀ ਕਰਦੇ ਸੀ। ਤੇ ਜਦੋਂ ਪ੍ਰਚਾਰ ਵਾਸਤੇ ਗਏ ਉਦੋਂ ਮਹਾਰਾਜ ਜੋਗੀ ਸਾਧੂਆਂ ਵਾਲਾ ਬਾਣਾ ਪਾ ਕੇ ਵੱਖੋ ਵੱਖਰੀਆਂ ਉਦਾਸੀਆਂ ਚਾਰ ਕੀਤੀਆਂ। ਭੰਗਰਨਾਥ ਕਹਿਣ ਲੱਗਾ, ਤੁਸੀਂ ਜਿਹੜਾ ਆਤਮਿਕ ਗਿਆਨ ਦਾ ਦੁੱਧ ਦਾ ਚਾਟਾ ਸੀ ਉਹ ਵਿਗਾੜ ਦਿੱਤਾ ਹੈ, ਗ੍ਰਸਤੀ ਵਿੱਚ ਕਾਂਜੀ ਪਾ ਦਿੱਤੀ ਹੈ। ਹੁਣ ਮੁਕਤੀ ਨਹੀਂ ਮਿਲੇਗੀ, ਕਿਉਂਕਿ ਤੁਸੀਂ ਪਹਿਲਾਂ ਗ੍ਰਸਤੀਆਂ ਵਾਲਾ ਸਾਧੂ ਬਾਣਾ ਵਾਲਾ ਬਾਣਾ ਪਾਇਆ, ਮੁੜ ਕੇ ਉਹ ਉਤਾਰ ਕੇ ਹੁਣ ਫਿਰ ਗ੍ਰਸਤੀ ਬਣ ਗਏ ਹੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਭੰਗਰਨਾਥ ਤੇਰੀ ਮਾਂ ਕੁਚੱਜੀ ਆਈ। ਤੇਰੀ ਮਾਂ ਕੁਚੱਜੀ, ਮਾਂ ਬਾਣੀ ਵਿੱਚ ਬੁੱਧ ਨੂੰ ਕਿਹਾ ਗਿਆ, ਤੇਰੀ ਬੁੱਧ ਕੁਚੱਜੀ ਹੈ। ਭਾਂਡਾ ਧੋਏ ਨਾ ਜਾਤਿਓ ਨਾ ਭਾਏ ਕੁਚੱਜੇ ਫੁੱਲ ਸੜਾਈ। ਤੂੰ ਆਪਣੇ ਹਿਰਦੇ ਦੇ ਭਾਂਡੇ ਨੂੰ ਧੋਇਆ ਨਹੀਂ ਹੈ, ਤੇ ਅਸਲ ਵਿੱਚ ਜਿਹੜਾ ਤਤ ਗਿਆਨ ਸੀ ਉਹ ਤੁਸੀਂ ਸਾੜ ਬੈਠੇ ਹੋ। ਉਹ ਕਿਵੇਂ? ਹੁਣ ਸਤਿਗੁਰੂ ਜੀ ਉਹਨੂੰ ਅੱਗੇ ਜਿਵੇਂ ਖੋਲਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਤੁਸੀਂ ਆਪ ਵਰਕਤ ਹੋ ਕੇ ਜਿਨ੍ਹਾਂ ਗ੍ਰਸਤੀਆਂ ਨੂੰ ਨਿੰਦਦੇ ਹੋ ਵੀ ਇਹ ਗ੍ਰਸਤਾ ਬਹੁਤ ਮਾੜਾ ਹੈ, ਗ੍ਰਸਤੀ ਬੰਦੇ ਬਹੁਤ ਮਾੜੇ ਨੇ, ਗ੍ਰਸਤੀ ਮਾੜਾ, ਪਰਿਵਾਰ ਮਾੜਾ ਹੈ। ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਹੋ ਕੇ ਘਰ ਮੰਗਣ ਜਾਈ। ਜਦੋਂ ਤੁਹਾਨੂੰ ਰੋਟੀ ਕੱਪੜੇ ਦੀ ਲੋੜ ਹੁੰਦੀ ਕਿੱਥੇ ਜਾਂਦੇ ਹੋ ਫਿਰ? ਇੱਕ ਪਾਸੇ ਕਹਿੰਦੇ ਉਹ ਗ੍ਰਸਤੀ ਮਾੜੇ ਹੁੰਦੇ ਨੇ, ਤੇ ਦੂਜੇ ਪਾਸੋਂ ਉਹਨਾਂ ਤੋਂ ਤੁਸੀਂ ਪੈਸੇ ਵੀ ਲੈਂਦੇ ਹੋ, ਕੱਪੜਾ ਵੀ ਲੈਂਦੇ ਹੋ, ਰੋਟੀ ਵੀ ਲੈਂਦੇ ਹੋ। ਜੇ ਉਹ ਮਾੜੇ ਨੇ ਤੇ ਉਹਨਾਂ ਦੇ ਹੱਥੋਂ ਲਈ ਹੋਈ ਚੀਜ਼ ਕਿਵੇਂ ਚੰਗੀ ਹੋਗੀ? ਇਹਨੂੰ ਆਪਾਂ ਏਦਾਂ ਕਹਿ ਲਈਏ ਜਿਵੇਂ ਆਪਾਂ ਕਿਸੇ ਬੰਦੇ ਨੂੰ ਆਖੀਏ ਵੀ ਉਹਨੂੰ ਵੈਸੇ ਤੇ ਆਪਾਂ ਟੌਰਚਰ ਕਰੀਏ ਵੀ ਤੂੰ ਮਾੜਾ ਹੈ ਮਾੜਾ ਹੈ, ਪਰ ਜੇ ਉਹ 10-20 ਹਜ਼ਾਰ ਦੀ ਲੱਖ ਦੀ ਪਰਚੀ ਕਟਾ ਦੇ ਗੁਰਦੁਆਰੇ ਨੂੰ, ਫਿਰ ਆਪਾਂ ਉਹਨੂੰ ਸਰੋਪਾ ਚੁੱਕ ਕੇ ਪਾ ਦਈਏ। ਸਰੋਪਾ ਤਾਂ ਉਹਨੂੰ ਮਿਲੇਗਾ ਜਿਹੜਾ ਗੁਰਮਤ ਦਾ ਧਾਰਨੀ ਹੈ, ਜਿਹਨੇ ਸਿੱਖੀ ਕਮਾ ਰਿਹਾ, ਕੋਈ ਸੇਵਾ ਬਹੁਤ ਵੱਡੀ ਕੀਤੀ ਕੌਮ ਵਾਸਤੇ। ਪਰ ਉਹ ਬੰਦਾ ਵੈਸੇ ਤਾਂ ਵਕਾਰੀ ਹੈ ਜਾਂ ਕੁਝ ਐਸਾ ਕਰਦਾ ਹੈ, ਪਰ ਉਹਨੇ ਜੇ ਸਾਨੂੰ ਕੁਝ ਦੇ ਦਿੱਤਾ ਤੇ ਫਿਰ ਆਪਾਂ ਉਹਨੂੰ ਸਰੋਪਾ ਪਾ ਦਈਏ, ਫਿਰ ਉਹ ਚੰਗਾ ਕਿਵੇਂ ਹੋ ਗਿਆ? ਭਾਵ ਕਿ ਮਹਾਰਾਜ ਕਹਿੰਦੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਮਾੜਾ ਕਹਿੰਦੇ ਹੋ, ਇੱਕ ਪਾਸੇ ਉਹਨਾਂ ਤੋਂ ਬਿਨਾਂ ਤੁਹਾਡਾ ਕੰਮ ਚੱਲਦਾ ਵੀ ਨਹੀਂ ਹੈ। ਤਾਂ ਇਸ ਤਰ੍ਹਾਂ ਫਿਰ ਜੋਗੀਆਂ ਨੂੰ ਬੜਾ ਗੁੱਸਾ ਆਇਆ। ਉੱਥੇ ਫਿਰ ਅੱਗੇ ਹੋਰ ਵੀ ਜ਼ਿਕਰ ਆਉਂਦਾ ਹੈ ਕਿ ਜੋਗੀਆਂ ਨੇ ਬਹੁਤ ਸਾਰੀਆਂ ਕਰਾਮਾਤਾਂ ਦਿਖਾ ਕੇ ਗੁਰੂ ਨਾਨਕ ਦੇਵ ਜੀ ਨੂੰ ਭਰਮਾਉਣ ਦਾ ਯਤਨ ਕੀਤਾ। ਕੋਈ ਬਾਗ ਬਣ ਗਿਆ, ਕੋਈ ਅਸਮਾਨ ਵਿੱਚ ਉੱਡਣ ਲੱਗ ਪਿਆ, ਕੋਈ ਕੁਝ ਕਰਨ ਲੱਗ ਪਿਆ। ਉਹ ਵੀ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਪਹਿਲੀ ਵਾਰ ਦੀ ਅਖੀਰ ਦੀਆਂ ਪੌੜੀਆਂ ਵਿੱਚ ਦਿੱਤਾ ਹੋਇਆ ਸਾਰਾ ਇਹ ਜ਼ਿਕਰ। ਸੋ ਇੱਥੇ ਵੀ ਹੁਣ ਜੋਗੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਮਣੇ ਆਇਆ ਤੇ ਉਹ ਆਪਣੇ ਯੋਗ ਮਤ ਨੂੰ ਬੜਾ ਵਡਿਆ ਰਿਹਾ ਹੈ। ਪਾਤਸ਼ਾਹ ਕਹਿੰਦੇ, ਭਾਈ ਮੇਰੀ ਗੱਲ ਸੁਣੋ, ਇੱਕ ਪਾਸੇ ਤੂੰ ਜੋਗੀ ਬਣ ਕੇ ਆਪਣੇ ਆਪ ਨੂੰ ਉੱਤਮ ਦੱਸਦਾ ਹੈ, ਦੂਜੇ ਪਾਸੇ ਜਿਨ੍ਹਾਂ ਨੂੰ ਤੂੰ ਮਾੜਾ ਕਹਿੰਦਾ ਹੈ ਉਹਨਾਂ ਤੋਂ ਬਿਨਾਂ ਤੇਰਾ ਗੁਜ਼ਾਰਾ ਵੀ ਨਹੀਂ ਹੈ। ਨਾ ਤੂੰ ਇਸ ਲੋਕ ਦਾ ਰਿਹਾ, ਭਾਵ ਨਾ ਚੱਜ ਕੇ ਇਸ ਚੱਜ ਨਾਲ ਇਸ ਲੋਕ ਨੂੰ ਭੋਗਿਆ, ਦੁਨੀਆ ਦੇ ਪਦਾਰਥ ਦਾ ਰਸ ਮਾਣਿਆ, ਤੇ ਨਾ ਤੂੰ ਫਿਰ ਅੱਗੇ ਮੁਕਤ ਹੋਵੇਂਗਾ। ਪਾਤਸ਼ਾਹ ਨੇ ਜੋ ਬਚਨ ਕੀਤੇ ਨੇ, ਉਪਦੇਸ਼ ਬਖਸ਼ਿਆ, ਉਹ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਪਹਿਲੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਸਾਧਨ ਭੋਜਨ ਮੰਗਤ ਭਾਗੈ,
ਖੁਦਿਆ ਦੁਸ਼ਟ ਜਲੈ ਦੁਖ ਆਗੈ। ਹੇ ਜੋਗੀ, ਸਾਧਨ ਕਹਿੰਦੇ ਨੇ ਕੱਪੜੇ ਨੂੰ। ਭੋਜਨ ਜਿਹੜਾ ਆਪਾਂ ਰੋਟੀ ਪਾਣੀ ਖਾਂਦੇ ਆ, ਮਹਾਰਾਜ ਕਹਿੰਦੇ ਸਾਧਨ ਭੋਜਨ ਮਾਂਗਤ ਭਾਗੈ। ਵੈਸੇ ਜੋਗੀਓ ਤੁਸੀਂ ਕਾਰੋਬਾਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਪਰ ਜਦੋਂ ਤੁਹਾਨੂੰ ਲੋੜ ਹੁੰਦੀ ਹੈ ਵੀ ਹੁਣ ਆਪਾਂ ਨੂੰ ਸਰਦੀ ਆ ਗਈ, ਤਾਂ ਜੋਗੀ ਵੀ ਪਿੰਡਾਂ ਵਿੱਚ ਆਉਂਦੇ, ਕੱਪੜਾ ਵੀ ਮੰਗਦੇ, ਅੰਨ ਪਾਣੀ ਵੀ ਮੰਗਦੇ। ਪਾਤਸ਼ਾਹ ਕਹਿੰਦੇ ਇਹਦੇ ਵਾਸਤੇ ਤੁਸੀਂ ਭੱਜੇ ਫਿਰਦੇ ਹੋ, ਗ੍ਰਸਤੀਆਂ ਦੇ ਘਰ ਵਿੱਚ ਜਾਂਦੇ ਹੋ। ਖੁਦਿਆ ਦੁਸ਼ਟ ਜਲੈ ਦੁਖ ਆਗੈ। ਖੁਦਿਆ ਕਹਿੰਦੇ ਨੇ ਭੁੱਖ, ਇਹ ਜਿਹੜੀ ਚੰਦਰੀ ਪੇਟ ਦੀ ਭੁੱਖ ਹੈ, ਇਹ ਤਾਂ ਬੰਦੇ ਨੂੰ ਟਿਕਣ ਨਹੀਂ ਦਿੰਦੀ। ਹੇ ਜੋਗੀਓ, ਤੁਹਾਨੂੰ ਵੀ ਇਹ ਭੁੱਖ ਤਾਂ ਲੱਗਦੀ ਹੈ, ਤੁਹਾਨੂੰ ਵੀ ਇਹ ਭੁੱਖ ਟਿਕਣ ਨਹੀਂ ਦਿੰਦੀ। ਇਸ ਭੁੱਖ ਦੇ ਦੁੱਖ ਦੇ ਮਾਰੇ ਹੋਏ ਤੁਸੀਂ ਪਹਾੜਾਂ ਨੂੰ ਛੱਡ ਕੇ ਫੇਰ ਆਉਂਦੇ ਹੋ, ਤੇ ਫਿਰ ਲੋਕਾਂ ਕੋਲੋਂ ਮੰਗਦੇ ਹੋ, ਗ੍ਰਸਤੀਆਂ ਦੇ ਕੋਲੋਂ ਮੰਗਦੇ ਹੋ, ਤੇ ਇਸ ਭੁੱਖ ਦੇ ਦੁੱਖ ਵਿੱਚ ਇੱਥੇ ਵੀ ਸੜਦੇ ਹੋ। ਕਿਉਂਕਿ ਜਦੋਂ ਆਪਾਂ ਮੰਗਣਗੇ, ਅਗਲੇ ਦੀ ਮਰਜ਼ੀ ਹੈ, ਜੋ ਮਰਜ਼ੀ ਦੇਵੇ। ਜਿਹੜਾ ਗ੍ਰਸਤੀ ਆਪ ਕਾਰੋਬਾਰ ਕਰ ਰਿਹਾ ਹੈ, ਉਹਦੇ ਮਨ ਦੇ ਵਿੱਚ ਆਇਆ ਵੀ ਅੱਜ ਮੈਂ ਇਹ ਭੋਜਨ ਛਕਣਾ ਹੈ, ਉਹ ਛਕ ਸਕਦਾ ਹੈ, ਕਿਉਂਕਿ ਉਹਨੇ ਕਮਾਈ ਕੀਤੀ ਹੈ, ਉਹਦੇ ਕੋਲ ਪੈਸਾ ਹੈ। ਕਿਸੇ ਜੋਗੀ ਦਾ ਇਹ ਮਨ ਕਰਵੇ ਵੀ ਅੱਜ ਮੈਂ ਇਹ ਪਦਾਰਥ ਛਕਣਾ ਹੈ, ਪੈਸੇ ਬਿਨਾਂ ਉਹ ਬਾਜ਼ਾਰ ਵਿੱਚੋਂ ਲੈ ਨਹੀਂ ਸਕੇਗਾ। ਤੇ ਮੰਗਣ ਗਿਆ ਤੇ ਮੰਗਣ ਗਿਆ, ਜੋ ਅਗਲੇ ਦੀ ਮਰਜ਼ੀ ਉਹ ਦੇਵੇ। ਮਾਨੋ ਕਿਸੇ ਜੋਗੀ ਨੂੰ ਅੱਜ ਇੱਛਾ ਹੋਈ ਕਿ ਮੈਂ ਕੋਈ ਫਲ ਹੀ ਖਾਣੇ ਨੇ, ਉਹ ਫਲ ਉਹਨੂੰ ਕਿੱਥੋਂ ਮਿਲਣਗੇ? ਪੈਸੇ ਤੋਂ ਬਿਨਾਂ ਬਾਜ਼ਾਰ ਵਿੱਚੋਂ ਤਾਂ ਮਿਲਣੇ ਨਹੀਂ। ਤੇ ਜੇ ਕਿਸੇ ਦੇ ਘਰ ਮੰਗਦਾ ਜਾ ਕੇ ਵੀ ਮੈਨੂੰ ਫਲ ਦਿਓ, ਤਾਂ ਉਹਨਾਂ ਦੇ ਘਰ ਵਿੱਚ ਜੋ ਹੈਗਾ ਉਹਨਾਂ ਨੇ ਉਹੀ ਦੇਣਾ ਹੈ, ਉਹਨੂੰ ਸਪੈਸ਼ਲ ਤਾਂ ਲਿਆ ਕੇ ਦੇ ਨਹੀਂ ਲੱਗੇ। ਤਾਂ ਇਸ ਤਰ੍ਹਾਂ ਉਹਦੇ ਮਨ ਦੇ ਵਿੱਚ ਭਟਕਣਾ ਭਰਮ ਰਹਿੰਦਾ ਹੈ, ਨਾ ਇਸ ਲੋਕ ਦਾ ਰਿਹਾ, ਨਾ ਉਸ ਲੋਕ ਦਾ ਰਿਹਾ। ਮਹਾਰਾਜ ਕਹਿੰਦੇ ਖੁਦਿਆ ਦੁਸ਼ਟ ਜਲੈ ਦੁੱਖ ਆਗੈ। ਇੱਥੇ ਵੀ ਸੜਦਾ ਹੈ ਕਿ ਮੈਨੂੰ ਅੱਜ ਇਹ ਚੀਜ਼ ਚਾਹੀਦੀ ਸੀ, ਨਹੀਂ ਮਿਲੀ, ਤੇ ਇਸ ਸਰੀਰ ਨੂੰ ਛੱਡ ਕੇ ਜਦੋਂ ਅੱਗੇ ਗਿਆ ਤੇ ਅੱਗੇ ਵੀ ਸੜਦਾ ਹੈ, ਦੋਜ਼ਖ ਦੀ ਅੱਗ ਦੇ ਵਿੱਚ ਸੜਦਾ ਹੀ ਰਹਿੰਦਾ ਹੈ, ਅੱਗੇ ਵੀ ਦੁਖੀ ਰਹਿੰਦਾ ਹੈ। ਗੁਰਮਤਿ ਨਹੀਂ ਲੀਨੀ ਦੁਰਮਤਿ ਪਥ ਖੋਈ, ਗੁਰਮਤਿ ਭਗਤ ਪਾਵੈ ਜਨ ਕੋਈ। ਗੁਰੂ ਦੀ ਮੱਤ ਨਹੀਂ ਲਈ। ਹੁਣ ਇੱਥੇ ਗੱਲ ਹੈ ਕਿ ਜੋਗੀ ਤਾਂ ਸਿੱਖ ਨਹੀਂ ਬਣਿਆ, ਤੇ ਇੱਥੇ ਮਹਾਰਾਜ ਗੁਰਮਤਿ ਕਿਹਨੂੰ ਕਹਿ ਰਹੇ ਨੇ? ਸਵਾਲ ਹੈ ਗੁਰਮਤਿ ਕੀ ਹੈ, ਦੁਰਮਤਿ ਕੀ ਹੈ ਤੇ ਗੁਰਮਤਿ ਕੀ ਹੈ? ਕਿਉਂਕਿ ਜੋਗੀ ਤਾਂ ਸਿੱਖ ਬਣੇਗਾ ਨਹੀਂ, ਤੇ ਉਹਨੂੰ ਗੁਰਮਤਿ ਲੈਣ ਦਾ ਕੀ ਮਤਲਬ ਹੈ? ਗੁਰਮਤਿ ਦਾ ਭਾਵ ਹੈ ਜਿਵੇਂ ਆਪਣੇ ਦੇਸ਼ ਦਾ ਕਾਨੂੰਨ ਹੈ, ਮਰਿਆਦਾ ਹੈ ਨਾ, ਹਰ ਇੱਕ ਦੇਸ਼ ਦੀ ਮਰਿਆਦਾ ਹੈ। ਉਸ ਮਰਿਆਦਾ ਨੂੰ ਧਾਰਨ ਕਰੇਗਾ ਜੀਵ ਤਾਂ ਹੀ ਸੁੱਖ ਨਾਲ ਰਹੇਗਾ। ਜੇ ਮਰਿਆਦਾ ਤੋਂ ਉਲਟ ਚੱਲਦਾ, ਉਹਨੂੰ ਦੁਰਮਤ ਆਖਿਆ ਗਿਆ। ਤੂੰ ਜਿਹੜੇ ਵੀ ਧਰਮ ਦੇ ਵਿੱਚ ਹੈ, ਉਹਦੀ ਮਰਿਆਦਾ ਨੂੰ ਫੋਲੋ ਕਰ, ਉਹਦੀ ਮਰਿਆਦਾ ਨੂੰ ਫੋਲੋ ਕਰੇਗਾ ਤਾਂ ਤੇਰਾ ਜੀਵਨ ਸੁਖੀ ਹੋ ਜਾਵੇਗਾ। ਜਿਹੜੇ ਵੀ ਦੇਸ਼ ਵਿੱਚ ਮਨੁੱਖ ਰਹਿੰਦਾ ਹੈ ਜਾਵੇਗਾ, ਉਹਨੂੰ ਉਸ ਮੁਤਾਬਕ ਚੱਲਣਾ ਪਵੇਗਾ। ਜੇ ਉਸ ਮੁਤਾਬਕ ਚੱਲੇ, ਉਹਨੂੰ ਕਹਿਤਾ ਗੁਰਮਤ। ਜੇ ਉਹਦੇ ਉਲਟ ਚੱਲੇਗਾ ਤਾਂ ਦੁਰਮਤ ਹੈ। ਗੁਰਮਤ ਜਿਹੜਾ ਸੱਚ ਦਾ ਮਾਰਗ ਹੈ, ਸਹੀ ਮਾਰਗ, ਸ਼ੁਭ ਕਰਮ ਕਰਨੇ, ਚੰਗੇ ਕਰਮ ਕਰਨੇ, ਇਹ ਗੁਰਮਤ ਹੈ। ਉਹ ਕੋਈ ਭਾਵੇਂ ਮੁਸਲਮਾਨ ਹੋਵੇ, ਹਿੰਦੂ ਹੋਵੇ, ਈਸਾਈ, ਯਹੂਦੀ, ਪਾਰਸੀ, ਕੋਈ ਵੀ ਮਨੁੱਖ ਹੈ। ਗੁਰਮਤ ਦਾ ਭਾਵ ਕੀ ਹੈ ਉੱਥੇ? ਕਿ ਚੰਗੇ ਕਰਮ ਕਰਨੇ। ਮੁਸਲਮਾਨ ਨੂੰ ਵੀ ਚੰਗੇ ਕਰਮ ਕਰਨ ਵਾਸਤੇ ਮੁਹੰਮਦ ਸਾਹਿਬ ਕਹਿੰਦੇ ਨੇ, ਤੇ ਆਪਣੇ ਜਿਹੜੇ ਹਿੰਦੂ ਵੀਰ ਨੇ ਪੁਰਾਤਨ ਗ੍ਰੰਥਾਂ ਵਿੱਚ, ਭਾਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਵੀ ਕਹਿੰਦੇ ਨੇ ਵੀ ਅਰਜੁਨ ਸ਼ੁਭ ਕਰਮ ਕਰੋ, ਮਾੜੇ ਕਰਮ ਨਾ ਕਰੋ, ਚੰਗੇ ਕਰਮ ਕਰੋ, ਉਹਦਾ ਫਲ ਤੁਹਾਨੂੰ ਮਿਲੇਗਾ। ਤੁਸੀਂ ਕਰਮ ਕਰੀ ਚਲੋ, ਪਰਮਾਤਮਾ ਨੇ ਤੁਹਾਨੂੰ ਫਲ ਦੇਣਾ ਹੀ ਹੈ। ਭਾਵ ਕਿ ਜਿੰਨੇ ਵੀ ਸਾਡੇ ਅਵਤਾਰ ਪੈਗੰਬਰ ਹੋਏ ਨੇ, ਜਿੰਨੇ ਵੀ ਦੁਨੀਆ ਵਿੱਚ ਧਰਮ ਨੇ, ਉਹਨਾਂ ਨੇ ਨਹੀਂ ਕਿਹਾ, ਲੋਕਾਂ ਨੇ ਪਰ ਉਹਨੂੰ ਪਖੰਡ ਬਣਾ ਲਿਆ। ਇਹ ਸਾਰੇ ਧਰਮਾਂ ਵਿੱਚ ਹੈ। ਜੇ ਆਪਾਂ ਕਹੀਏ ਵੀ ਸਿੱਖਾਂ ਵਿੱਚ ਪਖੰਡ ਨਹੀਂ, ਤੇ ਸਿੱਖਾਂ ਵਿੱਚ ਵੀ ਪਖੰਡ ਬੜਾ ਚੱਲਦਾ ਹੈ। ਭਾਵ ਕਿ ਗੁਰਮਤ ਤੋਂ ਦੂਰ ਹੋ ਗਏ। ਗੁਰਮਤ ਮੈਨੇ ਜੋ ਵੀ ਕਿਸੇ ਵੀ ਗੁਰੂ ਪੀਰ ਅਵਤਾਰ ਨੇ ਮਰਿਆਦਾ ਦਿੱਤੀ, ਉਹਦੇ ਤੋਂ ਉਲਟ ਚੱਲਣਾ, ਦੁਰਮਤ ਦਾ ਧਾਰਨੀ ਹੋ ਜਾਣਾ। ਜੋ ਉਹਨਾਂ ਨੇ ਉਪਦੇਸ਼ ਕੀਤਾ ਉਹਨੂੰ ਕਮਾਣਾ ਹੀ ਗੁਰਮਤ ਹੈ। ਤੋ ਮਹਾਰਾਜ ਕਹਿੰਦੇ ਗੁਰਮਤ ਨਹੀਂ ਲੀਨੀ ਦੁਰਮਤ ਪਥ ਖੋਈ। ਗੁਰੂ ਦੀ ਮੱਤ ਨਹੀਂ ਲਈ, ਚੰਗੀ ਮੱਤ ਨਹੀਂ ਲਈ,
ਤੇ ਦੁਰਮਤ ਵਾਲੀ ਮਤ ਜਿਹੜੀ ਹੈ ਉਹਦੇ ਵਿੱਚ ਆਪਣੀ ਇੱਜ਼ਤ ਗਵਾ ਲਈ। ਦੁਰਮਤ ਕੀ ਲੈ ਲਈ? ਵੀ ਤੈਨੂੰ ਰੱਬ ਨੇ ਹੱਥ ਪੈਰ ਦਿੱਤੇ ਤੇ ਤੂੰ ਆਪ ਕੰਮ ਕਰਦਾ, ਤੂੰ ਲੋਕਾਂ ਕੋਲੋਂ ਮੰਗ ਮੰਗ ਕੇ ਖਾਂਦਾ ਪਿਆ ਹੈ। ਇਹਦੇ ਨਾਲ ਆਪਣੀ ਇੱਜ਼ਤ ਗਵਾ ਲਈ। ਕਿਉਂਕਿ ਕਈ ਵਾਰ ਮਨੁੱਖ ਜਦੋਂ ਮੰਗਣ ਗਿਆ ਤੇ ਅੱਗੇ ਘਰ ਵਾਲਿਆਂ ਨੂੰ ਗੁੱਸਾ ਚੜਿਆ ਸੀ, ਉਹਨਾਂ ਨੇ ਇਹਨੂੰ ਕੁਝ ਵੀ ਨਾ ਦਿੱਤਾ, ਸਗੋਂ ਇਹਨੂੰ ਬੜਾ ਭਲਾ ਬੋਲਿਆ ਤੇ ਬੜਾ ਮਨ ਵਿੱਚ ਸ਼ਰਮਸ਼ਾਰ ਹੋਇਆ, ਬੜਾ ਲੱਜਤ ਹੋਇਆ। ਬਾਬਾ ਨਾਨਕ ਸਿੰਘ ਜੀ ਮਹਾਂਪੁਰਸ਼ ਹੋਏ ਨੇ ਨਾ ਨਾਨਕਸਰ ਵਾਲੇ, ਉਹ ਵੀ ਜਦੋਂ ਕਾਰੋਬਾਰ ਛੱਡ ਕੇ ਏਦਾਂ ਜਪ ਤਪ ਕਰਨ ਚਲੇ ਗਏ ਤੇ ਉਹਨਾਂ ਨੇ ਨੇਮ ਬਣਾਇਆ ਸੀ ਰੋਜ਼ 2 ਪ੍ਰਸ਼ਾਦੇ ਛਕਣੇ। ਕਿਸੇ ਘਰ ਵੀ ਇੱਕ ਘਰ ਜਾ ਕੇ ਅਲਖ ਜਗਾਣੀ, ਪ੍ਰਸ਼ਾਦੇ ਮਿਲ ਜਾਣੇ, ਛਕ ਲੈਣੇ। ਇੱਕ ਦਿਨ ਕੀ ਹੋਇਆ, ਗਏ ਤੇ ਇੱਕ ਸਵਾਣੀ ਪ੍ਰਸ਼ਾਦਾ ਬਣਾ ਰਹੀ। ਬਾਬਾ ਜੀ ਨੇ ਜਦੋਂ ਪ੍ਰਸ਼ਾਦਾ ਮੰਗਿਆ ਤੇ ਉਹਨਾਂ ਨੇ ਕਹਿਤਾ ਵੀ ਤੁਸੀਂ ਹੱਟੇ ਕੱਟੇ ਨੌਜਵਾਨ ਹੋ ਤੇ ਆਪ ਕੰਮ ਕਰਕੇ ਨਹੀਂ ਖਾ ਸਕਦੇ। ਉਸੇ ਦਿਨ ਮਨ 'ਚ ਐਸੀ ਚੋਟ ਵੱਜੀ, ਕਹਿੰਦੇ ਅੱਜ ਤੋਂ ਬਾਅਦ ਹੁਣ ਮੰਗਣ ਨਹੀਂ ਜਾਣਾ ਕਿਸੇ ਕੋਲੋਂ, ਆਪੇ ਗੁਰੂ ਨਾਨਕ ਬਾਬਾ ਭੇਜੇਗਾ, ਬਸ ਉਹਨਾਂ ਦੀ ਬੰਦਗੀ ਕਰਨੀ। ਬੜੀ ਦ੍ਰਿੜਤਾ ਨਾਲ ਫਿਰ ਬੰਦਗੀ ਵਿੱਚ ਲੱਗੇ ਤੇ ਮਹਾਰਾਜ ਜੀ ਵੱਲੋਂ ਕਲਾਵਤੀ ਅੱਜ ਵੀ ਉਹਨਾਂ ਦੇ ਅਸਥਾਨ ਤੇ ਕੋਈ ਡਾਲੀ ਕਰਨ ਨਹੀਂ ਜਾਂਦਾ, ਨਾ ਉੱਥੇ ਲੰਗਰ ਬਣਦਾ ਹੈ। ਉਹ ਕਲਾ ਐਸੀ ਉਸ ਤੋਂ ਬਾਅਦ ਵਰਤੀ ਕਿ ਆਪਣੇ ਆਪ ਹੀ ਲੰਗਰ ਫਿਰ ਆਉਣ ਲੱਗ ਪਿਆ। ਭਾਵ ਕਿ ਜਦੋਂ ਆਪਾਂ ਮੰਗਣ ਜਾਂਦੇ ਹਾਂ, ਹੁਣ ਮੰਗਣ ਵੱਲ ਜਿਹੜੇ ਕਰ ਗਏ ਆ, ਉਹ ਕੀ ਪਤਾ ਕਿਹੜੀ ਅਵਸਥਾ ਵਿੱਚ ਹੈ। ਉਹ ਸਾਨੂੰ ਜ਼ਿਆਦਾ ਵੀ ਦੇ ਸਕਦਾ ਹੈ ਤੇ ਸਾਨੂੰ ਗਾਲਾਂ ਵੀ ਕੱਢ ਸਕਦਾ ਹੈ। ਜਦੋਂ ਗਾਲਾਂ ਪੈਣਗੀਆਂ ਫਿਰ ਬੰਦਾ ਬੜਾ ਬੇਇੱਜ਼ਤੀ ਮਹਿਸੂਸ ਕਰਦਾ ਵੀ ਮੇਰੇ ਨਾਲ ਇਹ ਮਾੜਾ ਹੋਇਆ। ਮਹਾਰਾਜ ਕਹਿੰਦੇ ਆਪਣੀ ਇੱਜ਼ਤ ਗਵਾ ਲਈ। ਦੁਰਮਤ ਇਹ ਦੁਰਮਤ ਹੀ ਹੈ ਜਿਹੜਾ ਜੋ ਪਰਮਾਤਮਾ ਨੇ ਸਾਡਾ ਜੀਵਨ ਬਣਾਇਆ ਉਹਦੇ ਤੋਂ ਆਪਾਂ ਉਲਟ ਚੱਲਣ ਲੱਗ ਪਏ। ਗੁਰਮਤ ਭਗਤ ਪਾਵੈ ਜਨ ਕੋਈ, ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਹੋ ਗਿਆ ਉਹ ਭਾਈ ਕੋਈ ਵਿਰਲਾ ਹੈ ਜਿਹਨੇ ਭਗਤੀ ਦੀ ਫਿਰ ਦਾਤ ਪਾ ਲਈ ਹੈ। ਕਿਉਂਕਿ ਜਦੋਂ ਤੱਕ ਗੁਰੂ ਦੀ ਮੱਤ ਨੂੰ ਆਪਾਂ ਨਹੀਂ ਧਾਰਨ ਕਰਦੇ, ਮੰਨਦੇ, ਉਹਦੇ ਵਿੱਚ ਨਹੀਂ ਚੱਲਦੇ, ਉਹ ਤਾਂ ਗੱਲ ਨਹੀਂ ਬਣੇਗੀ। ਆਪਾਂ ਵੀ ਬਹੁਤੇ ਕਰਮ ਕਾਂਢੀ ਹਾਂ, ਅਜੇ ਗੁਰਮਤ ਦੇ ਧਾਰਨੀ ਨਹੀਂ ਹੋਏ। ਜਦੋਂ ਗੁਰੂ ਦੀ ਮੱਤ ਦੇ ਧਾਰਨੀ ਹੋ ਗਏ ਨਾ, ਭਗਤੀ ਕਰਨ ਦਾ ਰਸ ਕੁਝ ਹੋਰ ਹੋਵੇਗਾ, ਬਾਣੀ ਪੜ੍ਹਨ ਦਾ ਰਸ ਕੁਝ ਹੋਰ ਹੋਵੇਗਾ, ਇੱਕ ਆਨੰਦ ਦੀ ਅਵਸਥਾ, ਸਹਿਜ ਦੀ ਅਵਸਥਾ ਹੋਵੇਗੀ। ਜੋਗੀ ਜੁਗਤ ਸਹਿਜ ਘਰ ਵਾਸੈ। ਜੋਗੀ ਕੌਣ ਹੈ? ਜਿਹੜਾ ਜੁਗਤੀ ਨਾਲ ਚੱਲਦਾ ਹੈ ਔਰ ਸਹਿਜ ਘਰ ਆਨੰਦ ਆਪਣੇ ਹਿਰਦੇ ਦੇ ਵਿੱਚ ਆਤਮਕ ਅਡੋਲ ਅਵਸਥਾ ਦੇ ਵਿੱਚ ਰਹਿੰਦਾ ਹੈ। ਭਾਵ ਆਪਣਾ ਕਾਰ ਵਿਹਾਰ ਵੀ ਕਰ ਰਿਹਾ, ਆਪਣੇ ਬੱਚਿਆਂ ਨੂੰ ਵੀ ਪਾਲ ਰਿਹਾ ਹੈ, ਸਹਿਜ ਵਿੱਚ ਟਿਕਿਆ ਹੋਇਆ, ਕੋਈ ਭੱਜ ਦੌੜ ਨਹੀਂ, ਬਹੁਤੀ ਪਰੇਸ਼ਾਨੀ ਲੋੜ ਨਹੀਂ, ਕਿਉਂਕਿ ਪਤਾ ਜੋ ਰੱਬ ਨੇ ਕਰਨਾ ਉਹੀ ਹੋਣਾ ਹੈ। ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭਿਖਿਆ ਭਾਏ ਸ਼ਬਦ ਤ੍ਰਿਪਤਾਸੈ। ਉਹ ਇੱਕੋ ਦ੍ਰਿਸ਼ਟੀ ਨਾਲ ਸਾਰੇ ਸੰਸਾਰ ਨੂੰ ਵੇਖਦਾ ਹੈ। ਏਕ ਦ੍ਰਿਸ਼ਟ ਏਕੋ ਕਰ ਦੇਖਿਆ ਤੇ ਸਾਰਿਆਂ ਵਿੱਚ ਇੱਕ ਰੱਬ ਨੂੰ ਵੇਖਦਾ ਵੀ ਸਾਰੇ ਉਸੇ ਦੀ ਜੋਤ ਹਨ। ਇਸੇ ਕਰਕੇ ਗੁਰੂ ਘਰ ਦਾ ਵਿਧਾਨ ਮਰਿਆਦਾ ਹੈ। ਇੱਥੇ ਹੁਣ ਵੇਖੋ, ਜਦੋਂ ਕੜਾਹ ਪ੍ਰਸ਼ਾਦੀ ਦੇ ਦੀਵਾਨ ਵਿੱਚ ਕੋਈ ਵੀ ਆ ਕੇ ਬੈਠ ਸਕਦਾ ਹੈ, ਕੋਈ ਰੋਕ ਨਹੀਂ ਨਾ। ਦੇਗ ਲੰਗਰ ਸਾਰਿਆਂ ਨੂੰ ਬਰਾਬਰ ਮਿਲਣਾ ਹੈ। ਜੇ ਕੋਈ ਬਾਣੀ ਪੜ੍ਹਨੀ ਚਾਹੁੰਦਾ ਹੈ ਉਹ ਵੀ ਮਰਿਆਦਾ ਧਾਰਨ ਕਰ ਲਏ, ਬਾਣੀ ਪੜ੍ਹ ਸਕਦਾ ਹੈ। ਭਾਵ ਜੇ ਕੋਈ ਕਿਸੇ ਹੋਰ ਅਨਮਤ ਦਾ ਹੈ, ਜੇ ਉਹ ਵੀ ਚਾਹੇ ਮੈਂ ਕੀਰਤਨ ਕਰਨਾ ਹੈ, ਕਥਾ ਕਰਨੀ ਹੈ, ਤਾਂ ਉਹਨੂੰ ਮਰਿਆਦਾ ਧਾਰਨ ਕਰ ਲਵੇ, ਕੋਈ ਰੋਕ ਨਹੀਂ ਹੈ ਵੀ ਆ ਜਾ ਭਾਈ ਇੱਥੋਂ ਦੀ ਇਹ ਮਰਿਆਦਾ ਹੈ, ਕੇਸਾ ਧਾਰੀ ਹੋ ਜਾ, ਇਹ ਮਰਿਆਦਾ ਧਾਰਨ ਕਰ ਲੈ ਤੇ ਤੂੰ ਵੀ ਬਾਣੀ ਪੜ੍ਹ, ਕੀਰਤਨ ਕਰ, ਕੋਈ ਰੋਕ ਨਹੀਂ ਹੈ। ਜਿਵੇਂ ਹੋਰ ਮਤਾਂ ਦੇ ਵਿੱਚ ਰੋਕ ਰੁਕਾਵਟ ਹੈ। ਹੁਣ ਸਾਡੀਆਂ ਭੈਣਾਂ ਬੀਬੀਆਂ ਵੀ ਕਥਾ ਕੀਰਤਨ ਕਰਦੀਆਂ ਨੇ, ਕੋਈ ਰੁਕਾਵਟ ਨਹੀਂ। ਹੋਰ ਧਰਮਾਂ ਵਿੱਚ ਤਾਂ ਕਈ ਥਾਵਾਂ ਤੇ ਉਹਨਾਂ ਨੂੰ ਧਾਰਮਿਕ ਅਸਥਾਨ ਦੇ ਅੰਦਰ ਜਾਣ ਦੀ ਆਗਿਆ ਹੀ ਨਹੀਂ ਹੈ। ਬਾਣੀ ਪੜ੍ਹਨੀ, ਰੱਬ ਦਾ ਉੱਥੇ ਨਾਂ ਲੈਣਾ ਤਾਂ ਦੂਰ ਦੀ ਗੱਲ ਹੈ। ਮਹਾਰਾਜ ਕਹਿੰਦੇ ਭਾਈ ਤੂੰ ਵੀ, ਭਾਈ ਬੀਬਾ ਤੂੰ ਵੀ ਬਰਾਬਰ ਹੈ, ਤੂੰ ਬਾਣੀ ਪੜ੍ਹਨੀ ਹੈ, ਮਰਿਆਦਾ ਇਹ ਧਾਰਨ ਕਰ ਲੈ, ਤੂੰ ਵੀ ਕਥਾ ਕਰ, ਕੀਰਤਨ ਕਰ, ਬਾਣੀ ਪੜ੍ਹ। ਬਾਦਸ਼ਾਹ ਕਹਿੰਦੇ ਇਸ ਤਰ੍ਹਾਂ ਜਦੋਂ ਕੋਈ ਇੱਕ ਵਾਹਿਗੁਰੂ ਨਾਲ ਜੁੜਦਾ ਹੈ ਤੇ ਪ੍ਰੇਮ ਦੀ ਭਿਖਿਆ ਉਹਨੂੰ ਮਿਲਦੀ ਹੈ। ਭਾਵ ਉਹਨੂੰ ਵਾਹਿਗੁਰੂ ਵੱਲੋਂ ਰਹਿਮਤਾਂ ਬਖਸ਼ਿਸ਼ਾਂ, ਉਹ ਅਨਮੁੱਲੀ ਦਾਤ ਮਿਲਦੀ, ਉਹ ਪ੍ਰੇਮ ਦੀ ਇੱਕ ਵੱਖਰੀ ਦਾਤ ਮਿਲਦੀ ਹੈ ਜਿਹਨੂੰ ਪਾ ਕੇ ਜੀਵ ਤ੍ਰਿਪਤ ਹੋ ਜਾਂਦਾ ਹੈ। ਕਿਉਂਕਿ ਜਦੋਂ ਪ੍ਰੇਮ ਨਾਲ ਆਪਾਂ ਸ਼ਬਦ ਨੂੰ ਪੜਾਂਗੇ, ਭੀਖਿਆ ਭਾਏ ਸ਼ਬਦ ਤ੍ਰਿਪਤਾਸੈ, ਸ਼ਬਦ ਦੀ ਕਮਾਈ ਕਰਾਂਗੇ ਨਾ ਪ੍ਰੇਮ ਨਾਲ ਤਾਂ ਤ੍ਰਿਪਤ ਹੋ ਜਾਵਾਂਗੇ। ਰਹਾਓ ਪੰਚ ਬੈਲ ਗੱਡੀਆਂ ਦੇ ਧਾਰੀ, ਰਾਮ ਕਲਾ ਨਿਭੈ ਪਸਾਰੀ। ਸਾਡੇ ਸਰੀਰ ਰੂਪੀ ਗੱਡੇ ਨੂੰ 5 ਬੈਲ ਚਲਾ ਰਹੇ ਨੇ, 5 ਗਿਆਨ ਇੰਦਰੇ ਚਲਾ ਰਹੇ ਨੇ।
ਰਾਮ ਕਲਾ ਨਿਭੈ ਪਤ ਸਾਰੀ। ਵਾਹਿਗੁਰੂ ਦੀ ਕਲਾ ਨਾਲ ਇਹ ਸਾਰੀ ਸਰੀਰ ਦੀ ਇੱਜ਼ਤ ਨਿਭ ਰਹੀ, ਇਹਦੀ ਮਰਿਆਦਾ ਚੱਲ ਰਹੀ ਹੈ, ਇਹ ਚੱਲ ਰਿਹਾ ਹੈ। ਧਰ ਟੂਟੀ ਗਾਡੋ ਸਿਰ ਭਾਰ, ਲਖਰੀ ਬਿਖਰ ਜਰੀ ਮੰਝ ਭਾਰ। ਮਹਾਰਾਜ ਕਹਿੰਦੇ ਪਰ ਵੇਖੋ ਜਿਵੇਂ ਗੱਡੇ ਵਿੱਚ ਨਾ ਇੱਕ ਧੁਰਾ ਹੁੰਦਾ ਹੈ, ਜੇ ਉਹ ਧੁਰਾ ਟੁੱਟ ਗਿਆ ਨਾ ਸਾਰਾ ਗੱਡਾ ਖਿੰਡ ਪੁੰਡ ਜਾਂਦਾ ਹੈ। ਇਸੇ ਤਰ੍ਹਾਂ ਤੇਰਾ ਜੀਵਨ ਸਹੀ ਤਾਂ ਰਹੇਗਾ ਜੇਕਰ ਸਿਮਰਨ ਦੇ ਧੁਰੇ ਨਾਲ ਜੁੜਿਆ ਰਹੇਗਾ। ਜੇ ਤੂੰ ਰੱਬ ਦੇ ਸਿਮਰਨ ਤੋਂ ਟੁੱਟ ਗਿਆ ਤੇ ਤੇਰਾ ਸਾਰਾ ਜੀਵਨ ਤਹਿਸ਼ ਨਹਿਸ਼ ਹੋ ਜਾਵੇਗਾ, ਵਿਕਾਰਾਂ ਵਿੱਚ ਗਰਕ ਜਾਵੇਗਾ। ਪਾਤਸ਼ਾਹ ਕਹਿੰਦੇ ਧਰ ਟੂਟੀ, ਧਰ ਕਹਿੰਦੇ ਨੇ ਧੁਰਾ, ਜਦੋਂ ਉਹ ਟੁੱਟ ਗਈ, ਲਿਵ ਟੁੱਟ ਗਈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਗਾਡੋ ਸਿਰ ਭਾਰ, ਮੇਰੇ ਗੱਡੇ ਦੇ ਸਿਰ ਭਾਰ ਪੈ ਜਾਂਦਾ ਹੈ ਪਾਪਾਂ ਦਾ, ਵਿਕਾਰਾਂ ਦਾ। ਲਕਰੀ ਬਿਖਰ ਜਰੀ ਮੰਝ ਭਾਰ, ਸਾਰਾ ਸਰੀਰ ਤਹਿਸ਼ ਨਹਿਸ਼ ਹੋ ਜਾਂਦਾ, ਲੱਕੜਾਂ ਖਿੰਡ ਜਾਂਦੀਆਂ ਨੇ ਗੱਡੇ ਦੀਆਂ, ਟੁੱਟ ਪੁੱਜ ਜਾਂ ਭੱਜ ਜਾਂਦਾ ਹੈ। ਬਿਲਕੁਲ ਇਹ ਸਾਰਾ ਜੀਵਨ ਮਨੁੱਖ ਦਾ ਤਹਿਸ਼ ਨਹਿਸ਼ ਹੋ ਜਾਂਦਾ ਹੈ ਸਿਮਰਨ ਦੇ ਧੁਰੇ ਤੋਂ ਬਿਨਾਂ। ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁਖ ਸਮ ਕਰਨਾ ਸੋਗ ਵਿਯੋਗੀ। ਇਹ ਜੋਗੀ ਗੁਰੂ ਦੇ ਸ਼ਬਦ ਨੂੰ ਵਿਚਾਰ, ਦੁੱਖ ਸੁੱਖ ਨੂੰ ਸਮ ਕਰਕੇ ਜਾਣਨਾ ਕਰ, ਤਾਂ ਹੀ ਗੱਲ ਬਣੇਗੀ। ਜੇਕਰ ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ। ਐਸਾ ਦੁਨੀਆ ਵਿੱਚ ਕੋਈ ਧਰਮ ਨਹੀਂ ਹੈ ਜਿਹਨੂੰ ਧਾਰਨ ਕਰਨ ਨਾਲ ਮਨੁੱਖ ਨੂੰ ਦੁੱਖ ਨਾ ਆਵੇ, ਰੋਗ ਨਾ ਆਵੇ। ਐਸਾ ਕੋਈ ਧਰਮ ਨਹੀਂ ਹੈ ਕਿ ਮਨੁੱਖ ਮੁਸਲਮਾਨ ਹੋ ਜੇ ਉਹਨੂੰ ਕਦੀ ਬੁਖਾਰ ਨਹੀਂ ਚੜੇਗਾ ਜਾਂ ਉਹਨੂੰ ਕੋਈ ਰੋਗ ਨਹੀਂ ਲੱਗੇ, ਜਾਂ ਸਿੱਖ ਹੋ ਜਾਵੇ ਵੀ ਸਿੱਖ ਨੂੰ ਕਦੇ ਤਾਪ ਨਹੀਂ ਚੜੇਗਾ ਜਾਂ ਉਹਨੂੰ ਕੋਈ ਰੋਗ ਨਹੀਂ ਲੱਗੇਗਾ। ਇਹ ਲੱਗਣਗੇ। ਇਹ ਤਾਂ ਸੰਸਾਰ ਦੀ ਮਰਿਆਦਾ ਪ੍ਰਮਾਤਮਾ ਨੇ ਬਣਾਈ, ਦੋ ਕੱਪੜੇ ਤਾਂ ਮਿਲਣੇ ਹੀ ਮਿਲਣੇ ਨੇ। ਗਰੀਬੀ ਵੀ ਆਉਣੀ ਹੈ, ਅਮੀਰੀ ਵੀ। ਸਾਰੇ ਧਰਮਾਂ ਵਿੱਚ ਗਰੀਬ ਲੋਕ ਵੀ ਨੇ, ਅਮੀਰ ਲੋਕ ਵੀ ਨੇ, ਰੋਗੀ ਵੀ ਨੇ, ਸੋਗੀ ਵੀ ਨੇ। ਪਰ ਮਹਾਰਾਜ ਤੱਤ ਦੀ ਗੱਲ ਇਹ ਕਹਿੰਦੇ ਨੇ ਵੀ ਇਹਨੂੰ ਸਮ ਕਰਕੇ ਜਾਣ। ਇਸ ਕਰਕੇ ਧਰਮ ਨਾ ਬਦਲ। ਕਈ ਲੋਕ ਗਰੀਬੀ ਕਰਕੇ ਕਹਿੰਦੇ ਅਸੀਂ ਤਾਂ ਈਸਾਈ ਬਣ ਰਹੇ ਹਾਂ ਜਾਂ ਹੋਰ ਮਤ ਵਿੱਚ ਜਾ ਰਹੇ ਹਾਂ। ਗਰੀਬੀ ਨਹੀਂ ਜਾਂਦੀ। ਇਹ ਤਾਂ ਜਿੱਥੇ ਮਰਜ਼ੀ ਚਲੇ ਜਾਓ, ਇਹ ਤਾਂ ਦੁੱਖ ਸੁੱਖ ਰੋਗ ਇਹ ਤਾਂ ਨਾਲ ਹੀ ਰਹਿਣੇ ਨੇ, ਕਿਉਂਕਿ ਸੰਸਾਰ ਐਸਾ ਹੀ ਹੈ। ਪਰ ਗੁਰਮੁਖ ਜਿਹੜਾ ਹੈ ਉਹ ਨਾਮ ਜਪ ਕੇ, ਪਾਤਸ਼ਾਹ ਕਹਿੰਦੇ ਇਹਨਾਂ ਚੀਜ਼ਾਂ ਤੋਂ ਉੱਪਰ ਚਲਾ ਜਾਂਦਾ ਹੈ। ਉਹ ਇਹਨਾਂ ਚੀਜ਼ਾਂ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ। ਜਿਵੇਂ ਮੀਂਹ ਪੈਂਦਾ ਹੈ ਨਾ, ਮੀਂਹ, ਤੇ ਇੱਕ ਬੰਦਾ ਮੀਂਹ ਪੈਂਦੇ ਵਿੱਚ ਭਿੱਜ ਰਿਹਾ ਹੈ, ਉਹਨੂੰ ਸਰਦੀ ਲੱਗ ਰਹੀ ਹੈ, ਮੀਂਹ ਦੇ ਕਰਕੇ ਤਕਲੀਫ ਹੋ ਰਹੀ ਹੈ। ਪਰ ਇੱਕ ਮਨੁੱਖ ਨੇ ਪੈਸਾ ਕਮਾਇਆ, ਗੱਡੀ ਵਿੱਚ ਬੈਠਾ ਹੋਇਆ ਆਰਾਮ ਨਾਲ ਜਾ ਰਿਹਾ ਹੈ, ਉਸੇ ਸੜਕ ਤੋਂ ਉਹ ਵੀ ਲੰਘ ਰਿਹਾ, ਉਸੇ ਸੜਕ ਤੋਂ ਉਹ ਵੀ ਲੰਘ ਰਿਹਾ ਹੈ। ਉਹਦੇ ਉੱਪਰ ਮੀਂਹ ਅਸਰ ਨਹੀਂ ਕਰ ਰਿਹਾ ਕਿਉਂਕਿ ਉਹ ਗੱਡੀ ਵਿੱਚ ਬੈਠਾ ਹੋਇਆ। ਇਸੇ ਤਰ੍ਹਾਂ ਜਿਹੜਾ ਬੰਦਗੀ ਨਾਲ ਜੁੜ ਗਿਆ ਨਾ, ਉਹਦੇ ਉੱਪਰ ਦੁੱਖ ਰੋਗ ਤਾਂ ਉਹਦੇ ਉੱਪਰ ਵੀ ਆਉਂਦੇ ਨੇ, ਪਰ ਉਹਦੇ ਮਨ ਤੇ ਅਸਰ ਨਹੀਂ ਕਰਦੇ ਕਿਉਂਕਿ ਉਹ ਸਿਮਰਨ ਦੀ ਗੱਡੀ ਵਿੱਚ ਬੈਠਾ ਹੋਇਆ ਹੈ। ਕਹਿੰਦਾ ਮੀਂਹ ਜਿੰਨਾ ਮਰਜ਼ੀ ਪਈ ਜਾਵੇ। ਭਾਵ ਗੁਰਮੁਖ ਬੰਦਗੀ ਕਰਨ ਵਾਲਿਆਂ ਦੇ ਸਰੀਰ ਨੂੰ ਵੀ ਰੋਗ ਲੱਗਦੇ ਨੇ, ਦੁੱਖ ਲੱਗਦੇ ਨੇ, ਪਰ ਉਹ ਆਪਣਾ ਧਰਮ ਨਹੀਂ ਛੱਡਦੇ। ਬੰਦ ਵੀ ਕੱਟਿਆ ਜਾਵੇ, ਆਰਿਆਂ ਥੱਲੇ ਵੀ ਚੀਰੇ ਜਾਣ, ਉਹ ਕਦੇ ਆਪਣਾ ਧਰਮ ਛੱਡਿਆ ਕਿਉਂ? ਜਿੰਨਾ ਮਰਜ਼ੀ ਤੂਫਾਨ ਗੜੇ ਪਈ ਜਾਣ, ਉਹ ਸਿਮਰਨ ਦੀ ਗੱਡੀ ਵਿੱਚ ਬੈਠੇ ਦੁੱਖ ਸੁੱਖ ਤੋਂ ਨਿਰਲੇਪ ਹੁੰਦੇ ਨੇ। ਦੁੱਖ ਸੁੱਖ ਸਮ ਕਰਨਾ ਸੋਗ ਵਿਯੋਗੀ। ਭੁਗਤ ਨਾਮ ਗੁਰ ਸ਼ਬਦ ਵਿਚਾਰੀ। ਉਹਨਾਂ ਨੇ ਭੁਗਤ ਜੋਗੀ ਜਦੋਂ ਇੱਕ ਖਾਸ ਕਰਕੇ ਪੰਜੀਰੀ ਬਣਾਉਂਦੇ ਨੇ, ਜਦੋਂ ਇਹਨਾਂ ਦਾ ਦੀਵਾਨ ਸਮਾਪਤ ਹੁੰਦਾ, ਉਹ ਜੋਗੀਆਂ ਵਿੱਚ ਹੀ ਵੰਡੀ ਜਾਂਦੀ, ਹੋਰ ਨਹੀਂ ਕਿਸੇ ਨੂੰ ਦਿੰਦੇ। ਮਹਾਰਾਜ ਕਹਿੰਦੇ ਜਿਹੜੇ ਭੁਗਤ ਨਾਮ ਗੁਰੂ ਸ਼ਬਦ ਵਿਚਾਰੀ, ਵਾਹਿਗੁਰੂ ਦੇ ਨਾਮ ਦੀ ਭੁਗਤ ਭੰਡਾਰਾ, ਗੁਰੂ ਦੇ ਸ਼ਬਦ ਦੇ ਵਿਚਾਰ ਦੁਆਰਾ ਉਹਨੂੰ ਛਕਣਾ ਹੈ। ਅਸਤਰ ਕੰਧ ਜਪੈ ਨਿਰੰਕਾਰੀ। ਇਹ ਸਰੀਰ ਰੂਪੀ ਕੰਧ ਅਸਤਰ ਭਾਵ ਸਦਾ ਵਾਸਤੇ ਸਫਲ ਹੋ ਜਾਵੇਗਾ ਜਿਹੜਾ ਇਸ ਸਰੀਰ ਦੁਆਰਾ ਇਸ ਤਰ੍ਹਾਂ ਗੁਰੂ ਦੇ ਸ਼ਬਦ ਦੁਆਰਾ ਨਾਮ ਨਾਲ ਜੁੜੇਗਾ। ਸਹਿਜ ਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰੂ ਸ਼ਬਦੀ ਲੂਟਾ। ਜੋਗੀ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਸਤੇ, ਵਿਕਾਰਾਂ ਤੋਂ ਬਚਣ ਵਾਸਤੇ ਰੱਸੇ ਨਾਲ ਘੁੱਟ ਕੇ ਬੰਨ੍ਹਦੇ ਨੇ, ਕਸ਼ਟ ਦਿੰਦੇ ਨੇ। ਮਹਾਰਾਜ ਕਹਿੰਦੇ ਭਾਈ ਬਾਹਰੋਂ ਸਰੀਰ ਨੂੰ ਕਸ਼ਟ ਨਹੀਂ ਦੇਣਾ। ਸਹਿਜ ਜਗੋਟਾ ਬੰਧਨ ਤੇ ਛੂਟਾ। ਸਹਿਜ ਅਵਸਥਾ ਦਾ ਇਹਨੂੰ ਜਿਹੜਾ ਰੱਸਾ ਮਾਰਨਾ ਹੈ, ਭਾਵ ਸਹਿਜ ਅਵਸਥਾ ਵਿੱਚ ਰਹਿਣਾ ਹੈ। ਤੇ ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹ ਵਿਕਾਰਾਂ ਦੇ ਬੰਧਨਾਂ ਤੋਂ ਛੁੱਟ ਜਾਂਦਾ ਹੈ। ਕਾਮ ਕ੍ਰੋਧ ਗੁਰੂ ਸ਼ਬਦੀ ਲੂਟਾ। ਗੁਰੂ ਦੇ ਸ਼ਬਦ ਦੁਆਰਾ ਉਹਨੇ ਕਾਮ ਕ੍ਰੋਧ ਵਿਕਾਰਾਂ ਨੂੰ ਲੁੱਟ ਲਿਆ, ਭਾਵ ਕਾਬੂ ਕਰ ਲਿਆ। ਮਨ ਮੈਂ ਮੁੰਦਰਾ ਹਰ ਗੁਰ ਸਰਨਾ, ਨਾਨਕ ਰਾਮ ਭਗਤ ਜਨ ਤਰਨਾ। ਮਨ ਵਿੱਚ ਮੁੰਦਰਾ ਪਾਤੀਆਂ, ਕਾਬੂ ਕਰ ਲਿਆ। ਉਹ ਕੀ ਹੈ? ਗੁਰੂ ਦੀ ਰੱਬ ਦੀ ਸ਼ਰਨ ਵਿੱਚ ਆ ਜਾਣਾ, ਸਮਰਪਿਤ ਹੋ ਜਾਣਾ ਪੂਰਨ ਰੂਪ ਦੇ ਵਿੱਚ। ਆਪਾਂ ਅਜੇ ਤੱਕ ਸਮਰਪਿਤ ਨਹੀਂ ਹੋਏ।
ਨਾ ਆਪਾਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਨਾ ਨਿਤਨੇਮ ਕਰਨ ਨੂੰ ਤਿਆਰ ਹਾਂ, ਨਾ ਆਪਾਂ ਨਿੰਦਿਆ ਝੂਠ ਤੋਂ ਬਚੇ ਹਾਂ। ਬਲਕਿ ਸਾਰੇ ਕਰਮ ਸ਼ਰਨ ਵਿੱਚ ਆ ਗਏ ਤਾਂ ਫਿਰ ਗੁਰੂ ਦੀ ਮੱਤ ਦੇ ਅਨੁਸਾਰ ਚੱਲੇਗਾ। ਨਾਨਕ ਰਾਮ ਭਗਤ ਜਨ ਤਰਨਾ। ਇਸ ਤਰ੍ਹਾਂ ਦਾ ਜਿਹੜਾ ਭਗਤ ਹੈ ਰੱਬ ਦਾ, ਉਹ ਬੰਦਗੀ ਕਰਕੇ ਸੰਸਾਰ ਤੋਂ ਪਾਰ ਹੋ ਜਾਂਦਾ। ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।